पंजाब के सुनहरी इतिहास के सुनहरी पन्ने जद फरोलते हाँ, घोखते हाँ, पढ़ते हाँ तो सेवा कारजां नूं समर्पित शख्सियतां परिवार के चेहरे अखां सामने अपना एहसास करवाउंदे महसूस हुंदे ने। इन्हां विचों एक ते खास बागड़िया परिवार। इस घराने के पुरखे वो भागशील शख्स होए ने जिन्हां नूं गुरु साहिबान के दर्शन ते साथ का अवसर मिलिया। गुरु साहिब वालों मिलिया निशानियां अज भी परिवार ने शोभा ते सत्कार सहित साम के रखियां हुई हन। खालसा राजदारान खालसा ही बादशाह दे हरफ अज भी इस परिवार दे कोल सांभे रखे हन। ब्रिटिश शासन तो बाद स्वतंत्र भारत के सियासी ते समाजी उथल पुथल के दौर विच भी बागड़िया परिवार अपने सेवा कार्यों विच अडोल बरकरार रहा। आओ इस परिवार के पिछोकड़ के बाकी रहंदे पन्ने भी समझिए ते जानिए। बाबा गुद्दड़ जी की गल करिए जी, उन्हां नाल होर भी काफ़ी सुनिया होया है कि उन्होंने औलाद की बख्शिश की सी एक परिवार ने, जो कि जी हाँ, वो जिहड़े अपने महाराजा गजपत सिंह जी सीगे, उन्हां दे घर पुत्तर नहीं सी। अच्छा। तां भाई रजी बाबा गुद्दड़ सिंह जी दी ब्लैसिंग्स दे नाल उस परिवार कोले पुत्तर दी दात हुई। अच्छा। हाँ जी। ठीक है। ते आपां गल करिए कि बागड़िया पिंड दा जिहड़ा इत्थे बनना ते इत्थे भाई के परिवार दा आउणा सारे दा दयालपुरे तो, ये सारी की कहानी है, किन्ने के समय च हुआ? ये उसे समय दी गल है जी। 1765 ਦੇ ਕਰੀਬ ਇਹ ਜਿਹੜਾ ਪਿੰਡ ਬਾਗੜੀ ਹੈ जी, ਇਹ ਬਾਬਾ ਗੁੱਦੜ ਸਿੰਘ ਜੀ ਨੂੰ ਮਿਲਿਆ। ਇੱਕ ਅਦੀਨਾ ਬੇਗ ਔਰ ਸਾਦਿਕ ਬੇਗ ਜੋ ਸੀ जी, ਇਹ ਗਵਰਨਰ ਸੀ ਜਲੰਧਰ ਦੇ, जी, ਤੇ ਉਹ ਸਾਦਿਕ ਬੇਗ ਜੋ ਸੀ ਇਹ ਕਮਾਂਡਰ ਇਨ ਚੀਫ ਸੀਗੇ। जी, ਤਾਂ ਇਹ ਜਦੋਂ ਉੱਥੇ ਗਏ जी, ਬਾਬਾ ਗੁੱਦੜ ਜੀ ਕੋਲੇ, ਉਸ ਸਮੇਂ ਵਿੱਚ ਇਹਨਾਂ ਦੀ ਲੰਗਰ ਦੀ ਜੋ ਸੀ ਪ੍ਰਸ਼ੰਸਾ ਜੀ ਉਹ ਆਲੇ ਦੁਆਲੇ ਇਲਾਕਿਆਂ ਵਿੱਚ ਬਹੁਤ ਸੀ। जी, ਤਾਂ ਜਦੋਂ ਇਹ ਅਦੀਨਾ ਬੇਗ ਔਰ ਸਾਦਿਕ ਬੇਗ ਉੱਥੇ ਗਏ ਤਾਂ ਲੰਗਰ ਛਕਿਆ ਤੇ ਉੱਥੇ ਉਹਨਾਂ ਦੀ ਲੰਗਰ ਪ੍ਰਤੀ ਸ਼ਰਧਾ ਔਰ ਇਹ ਸੇਵਾ ਦੇਖ ਕੇ ਤਾਂ ਉਹਨਾਂ ਨੇ ਬਾਗੜੀਆ ਪਿੰਡ ਦਾ ਜੋ ਪਟਾ ਸੀ ਜਾਂ ਜੋ ਜਗੀਰ ਦੇ ਰਾਈਟ ਸੀਗੇ ਉਹ ਬਾਬਾ ਗੁੱਦੜ ਸਿੰਘ ਨੂੰ ਦਿੱਤੇ। अच्छा, अच्छा, ਤਾਂ ਇਹ ਪਿੰਡ ਜਿਹੜਾ ਸੀ ਫਿਰ ਬਾਬਾ ਗੁੱਦੜ ਸਿੰਘ ਨੂੰ ਮਿਲ ਗਿਆ। ਕਿਉਂਕਿ ਇੱਕ ਇਹ ਵੀ ਹੈ ਕਿ ਉਸ ਵੇਲੇ ਜਿਹੜੇ ਇਸ ਪਿੰਡ ਦੇ ਪੰਚ ਜੋ ਸੀ ਇਹਨਾਂ ਨੇ ਜਿਹੜਾ ਦਿੱਲੀ ਦਾ जी, ਹਾਕਮ ਸੀ जी, ਉਹਦਾ ਜੋ ਮਾਮਲਾ ਸੀ ਉਹ ਭਰਿਆ ਨਹੀਂ ਸੀ। जी, ਤਾਂ ਉਹ ਵੀ ਕਿਤੇ ਨਾ ਕਿਤੇ ਸੋਚਦੇ ਸੀ ਕਿ ਇਹ ਪਿੰਡ ਜੋ ਹੈ ਬਾਬਾ ਜੀ ਨੂੰ ਮਿਲ ਜੇ ਤੇ ਅਸੀਂ ਮੁਕਤ ਹੋ ਜਾਾਂਗੇ। अच्छा, अच्छा, ਹਾਂ, ਤਾਂ ਇਹ ਪਿੰਡ ਜੋ ਸੀ ਬਾਬਾ ਗੁੱਦੜ ਜੀ ਨੂੰ 1765 ਦੇ ਵਿੱਚ ਮਿਲਿਆ। ਤਾਂ ਉਹ ਇੱਥੇ ਵੀ ਆਉਂਦੇ ਸੀ, ਦਿਆਲਪੁਰੇ ਵੀ ਰਹਿੰਦੇ ਸੀ, ਪਰ ਜ਼ਿਆਦਾਤਰ ਰਿਹਾਇਸ਼ ਉਹਨਾਂ ਦੀ ਦਿਆਲਪੁਰੇ ਹੀ ਸੀ। जी, ਹਾਂਜੀ, ਪਰ ਉਹਨਾਂ ਦੀ ਡੈਥ ਤੋਂ ਬਾਅਦ 25 ਸਾਲ ਜੋ ਸੇਵਾ ਜੋ ਸੀ ਉਹ ਮਾਈ ਰੱਜੀ ਜੀ ਨੇ ਕੀਤੀ, जी, ਜਿਹਦੇ ਕਰਕੇ ਅੱਜ ਬਾਗੜੀਆਂ ਦਾ ਲੰਗਰ ਔਰ ਦਿਆਲਪੁਰੇ ਦਾ ਲੰਗਰ ਜੋ ਹੈ ਉਹ ਮਾਈ ਰੱਜੀ ਜੀ ਦੇ ਨਾਂ ਤੇ ਪ੍ਰਸਿੱਧ ਹੈ। अच्छा, ਅੱਜ ਵੀ ਬਾਗੜੀਆਂ ਦੇ ਵਿੱਚ ਜੋ ਲੰਗਰ ਹੈ ਉਹਨੂੰ ਮਾਈ ਰੱਜੀ ਦੇ ਲੰਗਰ ਨਾਲ ਜਾਣਿਆ ਜਾਂਦਾ ਹੈ। बिल्कुल आले दुआले सारे ਹਾਂਜੀ। देश तो संगत जाती है। ਹਾਂਜੀ। ਤੇ ਆਪਾਂ ਕਰੀਏ ਜੀ ਭਾਈ ਗੁੱਦੜ ਜੀ ਤੋਂ ਲੈ ਕੇ ਭਾਈ ਅਰਜਨ ਸਿੰਘ ਜੀ ਤੱਕ ਦਾ ਪੀਰੀਅਡ ਹੈ ਜਿਹੜਾ ਉਹ ਬਾਗੜੀਆਂ ਦਾ ਪੀਰੀਅਡ ਸੀ ਇੱਥੇ। ਹਾਂਜੀ। ਉੱਥੇ ਫਿਰ ਕੀ ਕੁਝ ਵਾਪਰਿਆ? ਦੇਖੋ, ਭਾਈ ਗੁੱਦੜ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਅੱਗੇ ਜਨਰੇਸ਼ਨ ਚ ਜਿਹੜੇ ਭਾਈ ਮੋਹਰ ਸਿੰਘ ਹੋਏ, ਜੀ, ਉਹਨਾਂ ਦੇ ਗ੍ਰੈਂਡਸਨ ਜੋ ਸੀਗੇ ਬਾਬਾ ਗੁੱਦੜ ਜੀ ਦੇ, ਜੀ, ਤਾਂ ਉਹਨਾਂ ਨੇ ਪਰਮਾਨੈਂਟ ਜਿਹੜੀ ਰਿਹਾਇਸ਼ ਸੀ ਜੀ, ਉਹ ਦਿਆਲਪੁਰੇ ਤੋਂ ਬਾਗੜੀਆਂ ਉਹ ਲੈ ਕੇ ਆਏ ਸੀ। ਠੀਕ ਹੈ ਜੀ, ਉਸ ਤੋਂ ਪਹਿਲਾਂ ਬਾਗੜੀਆਂ ਆਉਣਾ ਜਾਣਾ ਵੀ ਸੀ, ਦਿਆਲਪੁਰੇ ਵਿੱਚ ਵੀ ਸੀ। ਜੀ, ਤਾਂ ਉਹਨਾਂ ਦੇ ਭਾਈ ਮੋਹਰ ਸਿੰਘ ਜੀ ਦੀ ਜੋ ਮਦਰ ਸੀ ਮਾਈ ਰੇਸਾਂ, ਕਿਉਂਕਿ ਭਾਈ ਮੋਹਰ ਸਿੰਘ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਗੱਦੀ ਮਿਲੀ ਸੀ ਤੇ ਲੰਗਰ ਦੀ ਸੇਵਾ ਮਾਈ ਰੇਸਾਂ ਵੀ ਕਰਦੇ ਰਹੇ। ਫਿਰ ਭਾਈ ਮੋਹਰ ਸਿੰਘ ਆਏ ਜੀ, ਤੇ ਉਹਨਾਂ ਦੀ ਪਤਨੀ ਮਾਈ ਗੌਰਾ, ਜੀ, ਉਹਨਾਂ ਨੇ ਵੀ ਲੰਗਰ ਦੀ ਸੇਵਾ ਬਹੁਤ ਕੀਤੀ ਤੇ ਇਸ ਇਲਾਕੇ ਵਿੱਚ ਉਹਨਾਂ ਦਾ ਵੀ ਲੰਗਰ ਦੇ ਨਾਲ ਸੇਵਾ ਦੇ ਨਾਲ ਉਹਨਾਂ ਨੂੰ ਵੀ ਬਹੁਤ ਲੋਕ ਜਾਣਦੇ ਸੀ। ਤੇ ਭਾਈ ਮੋਹਰ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਭਾਈ ਬਹਾਦਰ ਸਿੰਘ ਜੀ ਹੋਏ ਤੇ ਉਹਨਾਂ ਨੇ ਵੀ ਲੰਗਰ ਦੀ ਸੇਵਾ ਦੇ ਵਿੱਚ ਬਹੁਤ ਯੋਗਦਾਨ ਕੀਤਾ। ਔਰ ਇਸ ਪਰਿਵਾਰ ਦੇ ਵਿੱਚ ਪਹਿਲੇ ਉਹ ਬੰਦੇ ਸੀ, ਉਹ ਭਾਈ ਸਾਹਿਬ ਰਹੇ ਹੈ ਜਿਨ੍ਹਾਂ ਨੂੰ ਗਵਰਨਰ ਜਨਰਲ ਦਰਬਾਰ ਦਾ ਖਿਤਾਬ ਮਿਲਿਆ।
ਅੱਛਾ ਅੱਛਾ, ਹਾਂਜੀ, ਉਹ ਪਹਿਲੇ ਸੀ। ਠੀਕ ਹੈ ਜੀ। ਪਰ ਉਹਨਾਂ ਦੇ ਸਮੇਂ ਵੀ ਤੁਸੀਂ ਮੈਂ ਕਹਿ ਸਕਦਾ ਵੀ ਕੁਝ ਮਤਭੇਦ ਹੋਏ। ਜੀ ਮਹਾਰਾਜਾ ਕਰਮ ਸਿੰਘ ਸੀ ਜੋ ਪਟਿਆਲੇ ਦੇ, ਜੀ ਉਹਨਾਂ ਨਾਲ ਹੋਇਆ। ਜੀ ਉਹ ਇਲਾਕੇ ਦੇ ਅਮਰਗੜ੍ਹ ਜਿਹੜਾ ਆਪਣੇ ਬਾਗੜੀਆਂ ਦੇ ਬਿਲਕੁਲ ਨਾਲ ਹੈ, ਇੱਕ ਕਸਬਾ ਹੈ ਜਿਹੜਾ, ਉੱਥੇ ਕਿਲੇ ਦੀ ਉਹਨਾਂ ਨੇ ਇਮਾਰਤ ਤਾਮੀਰ ਕਰਵਾਈ। ਜੀ ਉਸ ਦੌਰਾਨ ਉਹ ਬਾਗੜੀਆਂ ਦੇ ਊਂਠ ਲੈ ਗਏ ਸੀ ਅੱਛਾ ਹੋ ਕੇ, ਅੱਛਾ ਤੇ ਭਾਈ ਬਹਾਦਰ ਸਿੰਘ ਜੀ ਨੇ ਡਟ ਕੇ ਮੁਕਾਬਲਾ ਕੀਤਾ ਜੀ ਤੇ ਊਂਠ ਵਾਪਸ ਲੈ ਕੇ ਆਏ। ਜੀ ਪਰ ਮਤਭੇਦ ਹੋਣ ਕਰਕੇ ਤਾਂ ਪਟਿਆਲੇ ਦੀਆਂ ਫੌਜਾਂ ਵੀ ਚੜ੍ਹਾਈਆਂ ਸੀ। ਅੱਛਾ ਜੀ ਤਾਂ ਪਰ ਬਾਗੜੀਆਂ ਪਰਿਵਾਰ ਦੇ ਹੱਕ ਦੇ ਵਿੱਚ ਮਹਾਰਾਜਾ ਜੀਂਦ, ਜੀ ਨਾਭਾ, ਨਵਾਬ ਮਲੇਰਕੋਟਲਾ ਵੀ ਨਾਲ ਖੜੇ। ਓ ਅੱਛਾ ਜੀ ਹਾਂਜੀ, ਤਾਂ ਉਸ ਤੋਂ ਬਾਅਦ ਪਟਿਆਲਾ ਪਤੀ ਜਿਹੜੇ ਮਹਾਰਾਜਾ ਸੀਗੇ, ਜੀ ਤੇ ਫਿਰ ਉਹ ਇਸ ਮਤਭੇਦ ਨੂੰ ਖਤਮ ਕਰਾਇਆ ਆਪਣੇ 3 ਰਿਆਸਤਾਂ ਨੇ। ਜੀ ਤੇ ਉਸ ਤੋਂ ਪਰ ਉਸ ਵੇਲੇ ਉਹਨਾਂ ਦੇ ਮਨ 'ਚ ਇੱਕ ਨਿਰਾਸ਼ਾ ਹੋਈ, ਉਹ ਵਾਪਸ ਦਿਆਲਪੁਰੇ ਜਾ ਕੇ ਉਹਨਾਂ ਨੇ ਰਹਿਣਾ ਠੀਕ ਸਮਝਿਆ। ਅੱਛਾ ਹਾਂਜੀ, ਅੱਛਾ, ਇੱਕ ਵਾਕਿਆ ਹੋਰ ਵੀ ਹੈ ਜੀ ਕਿ ਉਸ ਸਮੇਂ ਅੰਗਰੇਜ਼ਾਂ ਨੇ ਕੀ ਕੀਤਾ, ਕੋਈ ਕਾਬੁਲ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਅਗੇਂਸਟ ਜੀ ਕੋਈ ਉਹ ਕਰਨਾ ਸੀ, ਤੇ ਭਾਈ ਬਹਾਦਰ ਸਿੰਘ ਨੇ ਉਹਦਾ ਦਾ ਸਾਥ ਨਹੀਂ ਦਿੱਤਾ ਅੰਗਰੇਜ਼ਾਂ ਦਾ। ਠੀਕ ਹੈ ਤਾਂ ਉਸ ਵੇਲੇ ਕੁਝ ਜਗੀਰ ਰਾਈਟਸ ਜੋ ਸੀਗੇ ਜੀ ਉਹ ਬਾਗੜੀਆਂ ਪਰਿਵਾਰ ਤੋਂ ਲੈ ਲਏ ਗਏ ਸੀ। ਅੱਛਾ ਤੇ ਇਸ ਚੀਜ਼ ਦੀ ਨਿਰਾਸ਼ਾ ਨੇ ਭਾਈ ਬਹਾਦਰ ਸਿੰਘ ਦੇ ਵਿੱਚ ਕਾਫੀ ਉਹਨਾਂ ਦੇ ਮਨ ਨੂੰ ਲੱਗਿਆ, ਜੀ ਤੇ ਉਹ ਆਪਣੀ ਡੈਥ ਤੱਕ ਜੀ ਉਹ ਇਸ ਕਿਲੇ ਤੋਂ ਬਾਹਰ ਨਹੀਂ ਆਏ, ਉਹ ਉੱਥੇ ਹੀ ਰਹੇ। ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕਰੀਏ ਆਪਣੇ ਸ਼ਾਸਨ ਕਾਲ ਦੌਰਾਨ, ਉਹ ਬਾਗੜੀਆਂ ਵਿੱਚ ਵੀ ਆਏ ਸਨ, ਉਹਦੇ ਪਿੱਛੇ ਕੀ ਕਰਨੀ ਸੀ? ਹਾਂਜੀ, ਜਦੋਂ ਉਹ ਜਵਾਨ ਹੋਏ ਉਹਨਾਂ ਨੂੰ ਪਤਾ ਚੱਲਿਆ ਬਾਗੜੀਆਂ ਪਰਿਵਾਰ ਬਾਰੇ, ਜੀ ਜੀ ਤਾਂ ਉਹ ਪਟਿਆਲਾ ਆਏ ਸੀ ਤੇ ਵਾਪਸ ਆਉਂਦੇ ਹੋਏ ਬਾਗੜੇ ਵੀ ਆਏ ਸੀ। ਉਸ ਸਮੇਂ ਉਹਨਾਂ ਦੇ ਨਾਲ ਮਹਾਰਾਜਾ ਕਪੂਰਥਲਾ ਵੀ ਸੀ। ਜੀ ਤਾਂ ਉਹ ਬਾਗੜੀਆਂ ਆਏ ਜੀ ਜੀ ਤੇ ਲੰਗਰ ਦੀ ਸੇਵਾ ਲਈ 1-2 ਪਿੰਡਾਂ ਦੀ ਜਗੀਰ ਦੇ ਕੇ ਗਏ, ਅੱਛਾ 40 ਮਣ ਲੂਣ ਵੀ ਦੇ ਕੇ ਗਏ, ਜੀ ਔਰ ਇੱਕ ਬਹੁਤ ਖੂਬਸੂਰਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਜੀ ਉਹ ਵੀ ਉਹਨਾਂ ਨੇ ਲੰਗਰ ਨੂੰ ਭੇਟ ਕੀਤੀ। ਅੱਛਾ ਜੀ ਤੇ ਉਹਦੀ ਖਾਸੀਅਤ ਇਹ ਹੈ ਕਿ ਉਹਦੇ ਹਰ ਇੱਕ ਪੰਨੇ ਦਾ ਜੋ ਡਿਜ਼ਾਈਨ ਹੈ ਜੀ ਉਹ ਵੱਖਰਾ ਹੈ, ਉਹ ਕਿਸੇ ਨਾਲ ਮਿਲਦਾ ਨਹੀਂ। ਅੱਛਾ ਜੀ ਹਰ ਇੱਕ ਪੰਨੇ ਦਾ ਜੋ ਹੈ ਉਹ ਡਿਜ਼ਾਈਨ ਉਹ ਵੱਖਰਾ ਹੈ। ਵਾਹ ਇਸ ਤੋਂ ਇਲਾਵਾ ਲਾਇਬ੍ਰੇਰੀ ਵਾਸਤੇ ਕੁਝ ਕਿਤਾਬਾਂ ਵੀ ਲੈ ਕੇ ਆਏ ਸੀ, ਜਿਹਦੇ ਵਿੱਚ ਉਹ ਬੇਨੁਕਤਾ ਵੀ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਹੋਰ ਵੀ ਕੁਝ ਕਿਤਾਬਾਂ ਸੀ ਲੈ ਕੇ ਗਏ ਸੀ। ਕਰਨਵੀਰ ਜੀ, ਜਦੋਂ ਆਪਾਂ ਬਾਗੜੀਆਂ ਇਤਿਹਾਸ ਦੀ ਗੱਲ ਕਰਦੇ ਹਾਂ, ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸੇਵਾ ਕਾਰਜ ਹੈ ਜਿਹੜਾ, ਉਹ ਸਭ ਤੋਂ ਵੱਡੀ ਪ੍ਰਾਪਤੀ ਕਹਿ ਸਕਦੇ ਹਾਂ ਕਿ ਉਹ ਹੁਣ ਤੱਕ ਵੀ ਚੱਲ ਰਿਹਾ ਹੈ। ਹਾਂਜੀ, ਇਸ ਦੇ ਨਾਲ ਨਾਲ ਇਸ ਦੌਰ ਦੇ ਵਿੱਚ ਇਮਾਰਤ ਉਸਾਰੀ ਵੀ ਹੋਈ, ਜੋ ਕਿ ਆਪਣੇ ਆਪ ਵਿੱਚ ਕਲਾ ਦਾ ਬੜਾ ਸੁੰਦਰ ਨਮੂਨਾ ਉਸ ਵੇਲੇ ਤੋਂ ਬਾਗੜੀਆਂ ਦੇ ਵਿੱਚ ਜੋ ਇਮਾਰਤਾਂ ਬਣੀਆਂ, ਇਹ ਫਿਰ ਕਿਹਨਾਂ ਦੇ ਸਮੇਂ ਦੌਰਾਨ ਹੋਈ? ਦੇਖੋ, ਜਦੋਂ ਬਾਬਾ ਗੁੱਦਰ ਸਿੰਘ ਜੀ ਇੱਥੇ ਆਏ, ਜੀ ਕੁਝ ਪੁਰਾਣੀ ਇਮਾਰਤ ਸੀ ਠੀਕ ਹੈ ਜੀ ਜੋ ਜੀ ਅਦੀਨਾ ਬੇਗ, ਸਾਦਿਕ ਬੇਗ ਦੇ ਸਮੇਂ ਦੀ ਸੀ। ਜੀ ਉਸ ਤੋਂ ਬਾਅਦ ਭਾਈ ਬਹਾਦਰ ਸਿੰਘ ਜੋ ਸੀਗੇ, ਜੀ ਬਾਬਾ ਗੁੱਦਰ ਸਿੰਘ ਜੀ ਦੇ ਅੱਗੇ ਜਨਰੇਸ਼ਨ ਵਿੱਚੋਂ, ਜੀ ਉਹਨਾਂ ਨੇ ਇਸ ਕਿਲੇ ਦੇ ਆਲੇ ਦੁਆਲੇ ਇੱਕ ਜੀ। ਕੰਧ ਬਣਵਾਈ ਸੀ ਜੋ ਕਿ ਕੱਚੀ ਸੀ। ਅੱਛਾ ਜੀ ਹਾਂਜੀ, ਪਰ ਇਸ ਚੀਜ਼ ਨੂੰ ਹੋਰ ਅੱਗੇ ਫਰਦਰ ਜਿਹੜੇ ਡਿਵੈਲਪ ਕੀਤਾ ਉਹ ਭਾਈ ਅਰਜਨ ਸਿੰਘ ਜੀ ਸੀਗੇ। ਜੀ ਉਹਨਾਂ ਨੇ ਇਹ ਸਾਰੀਆਂ ਇਮਾਰਤਾਂ ਤਾਮੀਰ ਕਰਵਾਈਆਂ, ਜੀ ਜਿਹਦੇ ਵਿੱਚੋਂ ਲਾਇਬ੍ਰੇਰੀ ਆ ਗਈ, ਜੀ ਲੰਗਰ ਹਾਲ ਹੋ ਗਿਆ, ਲੰਗਰ ਜੀ ਹੋ ਗਿਆ, ਜੀ ਗੁਰਦੁਆਰਾ ਸਾਹਿਬ ਹੋ ਗਏ, ਰਿਪਦਮਨਗੰਜ ਹੋ ਗਏ, ਔਰ ਇਸ ਤੋਂ ਇਲਾਵਾ ਕਚਹਿਰੀ ਹੋ ਗਈ। ਜੀ ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਤਾਮੀਰ ਕਰਵਾਈਆਂ। ਔਰ ਇਸ ਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਕਿ ਜਿੰਨੀਆਂ ਵੀ ਇਮਾਰਤਾਂ ਬਣੀਆਂ ਹੋਈਆਂ ਜੀ ਉਹ ਕਿਸੇ ਨਾ ਕਿਸੇ ਰਾਜੇ ਨੂੰ ਡੈਡੀਕੇਟ ਕੀਤੀਆਂ ਹੋਈਆਂ। ਅੱਛਾ ਜਿਵੇਂ ਤੁਸੀਂ ਕਹਿ ਲਓ ਮੋਦੀ ਖਾਨਾ ਹੈ, ਉਹਨੂੰ ਰਿਪਦਮਨਗੰਜ ਕਿਹਾ ਜਾਂਦਾ ਹੈ। ਜੀ ਜੀ ਉਹ ਮੇਰੇ ਖਿਆਲ ਉਹ ਲਾਸਟ ਕੰਸਟਰਕਸ਼ਨ ਸੀ ਇਸ ਕਿਲੇ ਦੀ, 1913 ਲਾਸਟ ਸੀ। ਜੀ ਉਹਦੀ ਜੋ ਇਨੋਗ੍ਰੇਸ਼ਨ ਸੀ ਜੀ ਉਹ ਮਹਾਰਾਜਾ ਰਿਪੁਦਮਨ ਸਿੰਘ ਨੇ ਕੀਤੀ ਸੀ, ਤਾਂ ਉਹਨੂੰ ਰਿਪੁਦਮਨਗੰਜ ਕਿਹਾ ਜਾਂਦਾ ਹੈ। ਜੀ ਜੋ ਕਚਹਿਰੀ ਬਣੀ ਹੋਈ ਹੈ ਭੁਪਿੰਦਰ ਮੰਦਿਰ, ਜੀ ਉਹ ਪਟਿਆਲਾ ਪਤੀ ਮਹਾਰਾਜਾ ਭੁਪਿੰਦਰ ਸਿੰਘ ਨੇ ਉਹਨਾਂ ਦੀ ਇਨੋਗ੍ਰੇਸ਼ਨ ਕੀਤੀ ਸੀ। ਜੀ ਲਾਇਬ੍ਰੇਰੀ ਹੈ ਜਿਹਨੂੰ ਬਰਜਿੰਦਰ ਹਾਲ ਕਹਿੰਦੇ ਆ, ਜੀ ਉਹ ਮਹਾਰਾਜਾ ਬਰਜਿੰਦਰ ਸਿੰਘ ਜੀ ਫਰੀਦਕੋਟ ਵਾਲਾ ਨੇ ਉਹਨਾਂ ਨੇ ਕੀਤੀ ਸੀ। ਜੀ ਔਰ ਇਸ ਤੋਂ ਇਲਾਵਾ ਗਾਰਡਨ ਹਾਊਸ ਜਿਹਨੂੰ ਗਰੀਬ ਕੁਟੀ ਕਿਹਾ ਜਾਂਦਾ ਹੈ, ਜੀ ਇੱਕ ਉਹ ਤਾਮੀਰ ਕਰਵਾਈ। ਸ਼ਿਮਲਾ ਦੇ ਵਿੱਚ ਕੋਠੀ ਬਣਾਈ ਬਾਗੜੀਆਂ ਹਾਊਸ, ਅਸ਼ੋਕਵਟੀ ਜਿਹਨੂੰ ਕਹਿੰਦੇ ਆ, ਸੋਲਨ ਦੇ ਵਿੱਚ ਇੱਕ ਤਾਮੀਰ ਕਰਵਾਈ। ਉਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਇੱਕ ਬਾਗੜੀਆਂ ਹਾਊਸ ਬਣਾਇਆ। ਅੱਛਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਲਡਿੰਗਸ ਜੋ ਸੀਗੀਆਂ ਉਹਨਾਂ ਨੇ ਬਣਵਾਈਆਂ। ਜੀ ਇਮਾਰਤ ਕਲਾ ਜਿਹੜੀ ਬਾਗੜੀਆਂ ਦੇ ਵਿੱਚ ਹੈ, ਵੈਸੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਇਸ ਦੀ ਉਸਾਰੀ ਵਾਸਤੇ ਜਿਹੜਾ ਸਮਾਨ ਹੈ, ਖਾਸ ਤੌਰ ਤੇ ਇੱਟਾਂ ਨੇ ਜਾਂ ਫਿਰ ਚੂਨਾ ਹੈ, ਉਹ ਕਿੱਥੋਂ ਮੰਗਵਾਇਆ ਗਿਆ, ਉਹਦੀ ਕੀ ਦੇਖੋ, ਖਾਸੀਅਤ? ਇੱਟਾਂ ਤਾਂ ਇਹ ਬਾਗੜੀਆਂ ਪਰਿਵਾਰ ਦੇ ਹੀ 2 ਭੱਠੇ ਲਾਏ ਹੋਏ ਸੀ,
ਅੱਛਾ ਤੇ ਉਸ ਜ਼ਮਾਨੇ ਵਿੱਚ ਉਹ ਆਪ ਹੀ ਪ੍ਰੋਡਿਊਸ ਕਰਕੇ ਸਾਰੀ ਬ੍ਰਿਕ ਵਰਕ ਜੋ ਸੀਗਾ ਉਹ ਸਾਰਾ ਤੇ ਉਹਦੇ ਵਰਕੀ ਉਹਦੇ ਕਰਕੇ ਹੀ ਹਾਂਜੀ ਬਣਾਇਆ ਉਹਦੇ ਕਰਕੇ ਹੀ ਸੀ। ਲਾਹੌਰ ਦੇ ਕਾਰੀਗਰ ਸੀ। ਜੀ ਅਗਰ ਤੁਸੀਂ ਦੇਖੋ, ਅਗਰ ਤੁਸੀਂ ਨਕਾਸ਼ੀ ਦੇਖੋ ਅੰਦਰ ਬਹੁਤ ਸੋਹਣੀ ਹੋਈ ਹੈ, ਜੀ ਮੀਨਾਕਾਰੀ ਬਹੁਤ ਸੋਹਣੀ ਹੋਈ ਹੈ। ਜੀ। ਹਾਂਜੀ ਗੱਲ ਕਰੀਏ ਕਿਉਂਕਿ ਸਮੇਂ-ਸਮੇਂ ਦੇ ਗੁਰੂ ਮਹਾਰਾਜ ਦੇ ਵਰਦਾਨ ਇਸ ਘਰਾਣੇ ਨੂੰ ਪਰਿਵਾਰ ਨੂੰ ਮਿਲਦੇ ਗਏ। ਅੰਗਰੇਜ਼ੀ ਸ਼ਾਸਨ ਆਇਆ ਇੱਥੇ, ਪਰ ਉਸ ਵੇਲੇ ਦੌਰਾਨ ਵੀ ਬਾਗੜੀਆਂ ਪਰਿਵਾਰ ਹੈ ਜਿਹੜਾ ਗੁਰੂ ਦੀ ਮਿਹਰ ਸੀ ਚੜ੍ਹਦੀ ਕਲਾ 'ਚ ਰਿਹਾ। ਅੰਗਰੇਜ਼ੀ ਸ਼ਾਸਨ ਦੇ ਦੌਰਾਨ ਕਿਸ ਤਰ੍ਹਾਂ ਦਾ ਇੱਥੇ ਕੀ ਡਿਵੈਲਪਮੈਂਟ ਹੋਈ ਤੇ ਕੀ ਕੁਝ ਵਾਪਰਿਆ? ਡਿਵੈਲਪਮੈਂਟ ਦੇ ਵਿੱਚ ਤੁਸੀਂ ਕਹਿ ਲਓ ਕਿ ਜ਼ਿਆਦਾ ਇਨਫਲੂਐਂਸ ਤਾਂ ਸਿੱਖੀ ਸੇਵਾ ਦਾ ਸੀ, ਜੀ ਜੀ ਲੰਗਰ ਦਾ ਸੀ, ਹਾਂਜੀ ਕਿਉਂਕਿ ਲੰਗਰ ਜੋ ਗੁਰੂ ਨੇ ਬਖਸ਼ਿਸ਼ ਕੀਤਾ ਤੇ ਉਹਨਾਂ ਦੀ ਬਖਸ਼ਿਸ਼ ਸਦਕਾ ਅੱਜ ਵੀ ਚੱਲ ਰਿਹਾ। ਜੀ ਜੀ ਤਾਂ ਉਸ ਜ਼ਮਾਨੇ ਜਿਹੜੇ ਸਰਕਾਰਾਂ ਸੀ ਜੀ ਉਹ ਇਸ ਚੀਜ਼ ਤੋਂ ਦੇਖ ਕੇ ਬੜੀਆਂ ਪ੍ਰਭਾਵਿਤ ਵੀ ਹੁੰਦੀਆਂ ਰਹੀਆਂ। ਔਰ ਅੱਛਾ ਮੈਂ ਇਹ ਵੀ ਦੱਸੂਗਾ ਕਿ ਜਿਹੜੇ ਭਾਈ ਬਹਾਦਰ ਸਿੰਘ ਜੀ ਸੀ ਉਹਨਾਂ ਦੇ ਦੋ ਸੁਪੁੱਤਰ ਸਨ, ਭਾਈ ਸੰਪੂਰਨ ਸਿੰਘ ਤੇ ਭਾਈ ਮੂਲਾ ਸਿੰਘ। ਜੀ ਜੀ ਮੇਰੀ ਜੋ ਫੈਮਿਲੀ ਆ ਗਈ ਜੀ। ਉਹ ਭਾਈ ਮੂਲਾ ਸਿੰਘ ਦਾ ਪਰਿਵਾਰ ਹੈ, ਅੱਛਾ ਔਰ ਜੋ ਹੁਣ ਭਾਈ ਸਾਹਿਬ ਵਿਰਾਜਮਾਨ ਨੇ ਉਹ ਭਾਈ ਸੰਪੂਰਨ ਸਿੰਘ ਜੀ ਦੀ ਫੈਮਿਲੀ ਆ ਗਈ। ਓਕੇ ਹਾਂਜੀ ਤਾਂ ਉੱਥੋਂ ਪਰਿਵਾਰ ਦੋ ਉਹਦੇ ਚ ਡਿਵਾਈਡ ਹੋ ਗਿਆ। ਜੀ ਜੀ ਪਰ ਇਹ ਕਿ ਵੀ ਜ਼ਿਆਦਾ ਕੋਈ ਇਹ ਹੈ ਨਹੀਂ, ਲਿਮਿਟਿਡ ਫੈਮਿਲੀਜ਼ ਨੇ, ਜਾਂ ਉਹ ਪਰਿਵਾਰ ਹੈ ਜਾਂ ਸਾਡਾ ਪਰਿਵਾਰ ਹੈ, ਕਿਉਂਕਿ ਇੱਕ ਜਨਰੇਸ਼ਨ ਹੀ ਅੱਗੇ ਵਧੀ। ਜੀ ਹਾਂਜੀ ਤੇ ਉਸ ਦੌਰਾਨ ਬਹੁਤ ਸਾਰੀਆਂ ਪਾਵਰਸ ਵੀ ਮਿਲੀਆਂ, ਠੀਕ ਹੈ ਜਿਵੇਂ ਭਾਈ ਸੰਪੂਰਨ ਸਿੰਘ ਜੀ ਸੀਗੇ, ਉਹਨਾਂ ਨੇ ਅੰਗਰੇਜ਼ੀ ਹਕੂਮਤ ਦੀ ਥੋੜੀ ਜੀ ਮਦਦ ਵੀ ਕੀਤੀ ਸੀ। ਜੀ ਤਾਂ ਜੋ ਜਗੀਰ ਰਾਈਟਸ ਪਿੱਛੇ ਖੋਲੇ ਸੀ ਭਾਈ ਬਹਾਦਰ ਸਿੰਘ ਦੇ ਸਮੇਂ ਤੇ, ਤਾਂ ਉਹ ਜਗੀਰ ਰਾਈਟਸ ਵਾਪਸ ਵੀ ਮਿਲੇ। ਅੱਛਾ ਔਰ ਉਹਨਾਂ ਨੂੰ ਸਬ ਜੱਜ, ਜੀ ਸਿਵਲ ਜੱਜ ਔਰ ਮੈਜਿਸਟ੍ਰੇਟ ਦਾ ਉਹਨਾਂ ਨੂੰ ਅਹੁਦਾ ਵੀ ਮਿਲਿਆ, ਆਨਰੇਰੀ ਮੈਜਿਸਟ੍ਰੇਟ ਵੀ ਰਹੇ। ਜੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬ੍ਰਦਰ ਸੀ ਭਾਈ ਮੂਲਾ ਸਿੰਘ, ਉਹ ਵੀ ਆਨਰੇਰੀ ਮੈਜਿਸਟ੍ਰੇਟ ਰਹੇ ਰਾਵਲਪਿੰਡੀ ਵਿੱਚ। ਜੀ ਤੋਂ ਫਿਰ ਭਾਈ ਸੰਪੂਰਨ ਸਿੰਘ ਜੀ ਤੋਂ ਬਾਅਦ ਉਹਨਾਂ ਦਾ ਬੇਟਾ ਜੀ ਭਾਈ ਨਾਰਾਇਣ ਸਿੰਘ ਜੀ ਆਏ। ਜੀ ਉਹਨਾਂ ਨੂੰ ਵੀ ਮਤਲਬ ਅਰਲੀ ਏਜ ਦੇ ਵਿੱਚ ਉਹ ਵੀ ਗੱਦੀ ਨਸ਼ੀਨ ਹੋਏ ਤੇ ਉਹਨਾਂ ਨੂੰ ਮੈਨ ਆਫ ਲੈਂਗੁਏਜਸ ਵੀ ਕਹਿੰਦੇ ਸੀ, ਕਿਉਂਕਿ ਉਹਨਾਂ ਨੂੰ ਪਰਸ਼ੀਅਨ, ਇੰਗਲਿਸ਼, ਉਰਦੂ, ਫਾਰਸੀ, ਗੁਰਮਤ, ਸੰਗੀਤ ਵਿਦਿਆ ਇਹ ਸਾਰੀਆਂ ਉਹਨਾਂ ਦੇ ਕੋਲ ਇਸ ਚੀਜ਼ ਦੀ ਨੌਲੇਜ ਸੀ। ਜੀ ਤੇ ਉਹ ਵੀ ਫਰਦਰ ਜਿਵੇਂ ਭਾਈ ਸੰਪੂਰਨ ਸਿੰਘ ਰਹੇ, ਪ੍ਰੈਜ਼ੀਡੈਂਟ ਬਣੇ ਬਾਗੜੀਆਂ ਸਟੇਟ ਦੇ, ਔਰ ਸਬ ਜੱਜ ਵੀ ਬਣੇ, ਜੀ ਮੈਜਿਸਟ੍ਰੇਟ ਵੀ ਬਣੇ, ਤੇ ਇਹ ਖਿਤਾਬ ਉਹਨਾਂ ਕੋਲ ਵੀ ਹੈ। ਤੇ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਬਾਗੜੀਆਂ ਖਾਨਦਾਨ ਹੈ ਕਿੱਥੇ ਕਿੱਥੇ ਤੇ ਸਥਾਪਿਤ ਨੇ, ਕਿੱਥੇ ਕਿੱਥੇ ਰਹਿ ਰਹੇ ਨੇ, ਕੌਣ ਕੌਣ? ਦੇਖੋ ਇਸ ਵਕਤ ਅਗਰ ਮੈਂ ਗੱਲ ਕਰਾਂ ਜੋ ਇਸ ਵੇਲੇ ਗੱਦੀ ਨਸ਼ੀਨ ਨੇ ਭਾਈ ਜੁਝਾਰ ਸਿੰਘ ਜੀ, ਤੇ ਉਹ ਫੈਮਿਲੀ ਬਾਗੜੀਆਂ ਔਰ ਚੰਡੀਗੜ੍ਹ ਵਿੱਚ ਰਹਿੰਦੇ ਹੈ। ਜੀ ਔਰ ਮੇਰਾ ਪਰਿਵਾਰ ਵੀ ਬਾਗੜੀਆਂ ਔਰ ਚੰਡੀਗੜ੍ਹ ਵਿੱਚ ਹੈ। ਜੀ ਔਰ ਇਸ ਤੋਂ ਇਲਾਵਾ ਇੱਕ ਪਰਿਵਾਰ ਹੋਰ ਹੈ, ਉਹ ਬਾਗੜੀਆਂ ਵਿੱਚ ਹੀ ਰਹਿ ਰਹੇ ਨੇ। ਅੱਛਾ ਹਾਂਜੀ ਆਪਾਂ ਗੱਲ ਕਰਦੇ ਹਾਂ ਜੀ ਭਾਈ ਅਰਜਨ ਸਿੰਘ ਜੀ ਵੇਲੇ ਦਾ ਸਮਾਂ, ਕਿਉਂਕਿ ਉਸ ਵੇਲੇ ਇਮਾਰਤ ਉਸਾਰੀ ਵੀ ਹੋਈ, ਲਗਭਗ 1905 ਜਾਂ 6 ਦਾ ਦੌਰ ਸੀਗਾ। ਉਸ ਵੇਲੇ ਹੋਰ ਕੀ ਕੁਝ ਡਿਵੈਲਪਮੈਂਟ ਹੋਈ ਹੈ? ਦੇਖੋ ਭਾਈ ਅਰਜਨ ਸਿੰਘ ਜੋ ਸੀਗੇ ਉਹ ਵੀ ਤੁਸੀਂ ਕਹਿ ਲਓ ਕਿ ਮੈਂ ਕਹੂੰਗਾ ਕਿ ਦ ਫੇਮਸ ਕਾਇਨ ਆਫ ਦਾ ਫੈਮਿਲੀ। ਜੀ ਉਹਨਾਂ ਨੇ ਸਿੱਖੀ ਸੇਵਾ ਨੂੰ, ਜੀ ਸਿੱਖੀ ਜੋ ਹੁਕਮ ਹੋਏ ਸੀ ਗੁਰੂ ਸਾਹਿਬ ਦੇ ਕਿ ਸਿੱਖੀ ਦਾ ਪ੍ਰਚਾਰ ਕਰਨਾ, ਇਸ ਚੀਜ਼ ਨੂੰ ਬਹੁਤ ਉਹ ਅੱਗੇ ਲੈ ਕੇ ਗਏ। ਜੀ ਉਹਨਾਂ ਨੇ ਬਹੁਤ ਦੂਰ ਦੂਰ ਤੱਕ ਸਿੱਖੀ ਦਾ ਪ੍ਰਚਾਰ ਵੀ ਕੀਤਾ। ਠੀਕ ਹੈ ਜਿਵੇਂ ਤੁਸੀਂ ਕਹਿ ਲਓ ਕਿ ਬਹੁਤ ਕਰੀਬ 3 ਲੱਖ ਦੇ ਕਰੀਬ ਉਹਨਾਂ ਨੇ ਲੋਕਾਂ ਨੂੰ ਅੰਮ੍ਰਿਤਪਾਨ ਕਰਾਇਆ, ਵਾਹ ਸਿੰਘ ਸਜਾਏ। ਠੀਕ ਹੈ ਇਸ ਤੋਂ ਇਲਾਵਾ ਸੰਤ ਅਤਰ ਸਿੰਘ ਜਿਹੜੇ ਮਸਤਵਾਣਾ ਵਾਲੇ ਸੀ, ਉਹਨਾਂ ਨਾਲ ਵੀ ਰਹੇ। ਔਰ ਜਿੰਨੇ ਆਪਣੇ ਸਿੱਖ ਮਹਾਰਾਜੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਨਮਾਨ ਮਿਲਿਆ। ਜੀ ਔਰ ਬਹੁਤ ਸਾਰੇ ਲੋਕ ਔਰ ਸਿੱਖ ਮਹਾਰਾਜੇ ਉਹਨਾਂ ਨੂੰ ਹਿਸ ਹੋਲੀਨੈਸ ਦੇ ਨਾਲ ਕਹਿ ਕੇ ਬੁਲਾਉਂਦੇ ਸੀ। ਇਸ ਤੋਂ ਇਲਾਵਾ ਜਿਹੜੇ ਮਹਾਰਾਜਾ ਪਟਿਆਲਾ ਸੀ, ਜੀ ਉਹ ਉਹਨਾਂ ਨੂੰ ਅਕਸਰ ਇਹਨਾਂ ਸ਼ਬਦਾਂ ਨਾਲ ਬੋਲਦੇ ਸੀ, ਭਾਈ ਸਾਹਿਬ ਮਿਹਰਬਾਨ, ਕਿਰਪਾ ਨਿਦਾਨ ਸਲਾਮਤ। ਅੱਛਾ ਹਾਂਜੀ ਔਰ ਜੋ ਮਹਾਰਾਜਾ ਨਾਭਾ ਸੀ, ਜੀ ਉਹ ਭਾਈ ਸਾਹਿਬ ਦੀਨ ਦਿਆਲ, ਕਿਰਪਾ ਨਿਦਾਨ ਸਲਾਮਤ ਉਲ ਅਕਾਲ, ਯੂ ਆਰ ਦਾ ਮੋਸਟ ਡਿਵੋਟਿਡ ਸਰਵੈਂਟ। ਵਾਹ ਉਹ ਇਹਨਾਂ ਸ਼ਬਦਾਂ ਨਾਲ ਉਹਨਾਂ ਨੂੰ ਹਮੇਸ਼ਾ ਉਹ ਬੁਲਾਉਂਦੇ ਸੀ। ਇਹ ਸਨਮਾਨ ਸੀ। ਹਾਂਜੀ ਤੇ ਬਹੁਤ ਕਿੱਸੇ, ਬਹੁਤ ਵਾਕਿਆ ਨੇ ਉਹਨਾਂ ਦੇ ਜ਼ਿੰਦਗੀ ਦੇ। ਮੈਂ ਦੱਸਦਾ ਕਿ ਜਦੋਂ ਅੰਗਰੇਜ਼ ਹਕੂਮਤ ਖਿਲਾਫ ਸੀ ਜੀ ਮਹਾਰਾਜਾ ਨਾਭਾ ਦੇ, ਭਾਈ ਅਰਜਨ ਸਿੰਘ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਜਾ ਕੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਰਾਜ ਤਿਲਕ ਦਿੱਤਾ ਔਰ ਨਾਭੇ ਦੀ ਹਕੂਮਤ ਉਹਨਾਂ ਨੂੰ ਸੰਭਾਈ। ਵਾਹ
ਇਸ ਤੋਂ ਇਲਾਵਾ ਦਿੱਲੀ ਦਰਬਾਰ ਦੇ ਵਿੱਚ ਬਹੁਤ ਸਾਰੇ ਕਹਿ ਲਓ ਕਿ ਪੂਰੇ ਭਾਰਤ ਦੇ ਜਿੰਨੇ ਵੀ ਮਹਾਰਾਜੇ ਸੀ, ਰਾਜੇ ਸੀ, ਉੱਥੇ ਪਹੁੰਚੇ ਹੋਏ ਸੀ। ਤਾਂ ਉੱਥੇ ਰਾਜੇ ਜਿਹੜਾ ਬਾਦਸ਼ਾਹ ਸੀ ਤਾਂ ਉਹਦੇ ਲਈ ਉੱਥੇ ਬਹੁਤ ਤੁਸੀਂ ਕਹਿ ਲਓ ਕਿ ਹਰ ਇੱਕ ਬੰਦਾ ਕੁਛ ਨਾ ਕੁਛ ਲੈ ਕੇ ਆ ਰਿਹਾ ਸੀ। ਭਾਈ ਅਰਜਨ ਸਿੰਘ ਉਸ ਵੇਲੇ ਉਹ ਵੀ ਉੱਥੇ ਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਹਾਥੀ ਦੇ ਉੱਤੇ ਬਿਰਾਜਮਾਨ ਸੀ ਤੇ ਆਪ ਤਾਬੇ ਬੈਠੇ ਸੀ। ਤਾਂ ਜਦੋਂ ਉੱਥੇ ਜਾਣ ਲੱਗੇ ਤਾਂ ਰਸਤੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਆਏ ਤਾਂ ਉਹ ਕਹਿੰਦੇ ਕਿ ਵੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਉੱਥੇ ਨਹੀਂ, ਗੁਰਦੁਆਰਾ ਸੀਸਗੰਜ ਸਾਹਿਬ ਹੈ, ਬਾਦਸ਼ਾਹ ਨੇ ਇਹਨਾਂ ਨੂੰ ਮੱਥਾ ਟੇਕਣਾ ਤਾਂ ਗੁਰਦੁਆਰੇ ਆ ਕੇ ਆਪ ਟੇਕੇ। ਤਾਂ ਇਹ ਉਹਨਾਂ ਨੇ ਕੀਤਾ ਸੀ। ਇਸ ਤੋਂ ਇਲਾਵਾ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਉਹਦੀ ਇਨੋਗ੍ਰੇਸ਼ਨ ਹੈ, ਨੀਂਹ ਪੱਥਰ ਹੈ, ਉਹ ਵੀ ਉਹਨਾਂ ਨੇ ਰੱਖਿਆ। ਤੇ ਸੰਤ ਅਤਰ ਸਿੰਘ ਜੀ ਦੀ ਹੁਕਮ ਦੇ ਮੁਤਾਬਿਕ ਅਕਾਲ ਡਿਗਰੀ ਕਾਲਜ ਜਿਹੜਾ ਮਸਤਵਾਣਾ ਸਾਹਿਬ ਹੈ, ਉਹਨਾਂ ਦਾ ਵੀ ਨੀਂਹ ਪੱਥਰ ਉਹਨਾਂ ਨੇ ਰੱਖਿਆ। ਚੀਫ ਖਾਲਸਾ ਦੀਵਾਨ ਵੀ ਉਹ ਬਣੇ। ਇਸ ਤੋਂ ਇਲਾਵਾ ਮਹਾਰਾਜਾ ਕਪੂਰਥਲਾ ਨੇ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਨੇ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿੱਚ, ਉਹਨਾਂ ਦਾ ਵੀ ਨੀਂਹ ਪੱਥਰ ਭਾਈ ਅਰਜਨ ਸਿੰਘ ਬਾਗੜੇ ਤੋਂ ਰਖਵਾਇਆ ਸੀ। ਠੀਕ ਹੈ ਜੀ। ਹਾਂਜੀ, ਕਿਉਂਕਿ ਹੁਣ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦਾ ਗਿਆ ਤੇ ਜਿਹੜਾ ਮੁਲਕ ਦੇ ਹਾਲਾਤ ਸੀ ਜਾਂ ਮੁਲਕ ਦੀ ਹਕੂਮਤ ਸੀ ਵੀ ਬਦਲਦੀ ਗਈ। ਆਪਾਂ ਗੱਲ ਕਰੀਏ ਲਗਭਗ ਅੰਗਰੇਜ਼ੀ ਸ਼ਾਸਨ ਹੈ ਜਿਹੜਾ ਆਪਣੇ ਅੰਤਮ ਪੜਾਅ ਤੇ ਸੀਗਾ 1920-25 ਦੀ ਗੱਲ ਕਰੀਏ ਤੇ ਇਧਰੋਂ ਅਗਲੀਆਂ ਪੀੜ੍ਹੀਆਂ ਆ ਗਈਆਂ। ਤੁਹਾਡੇ ਦਾਦਾ ਜੀ ਭਾਈ ਹਰਦਿਆਲ ਸਿੰਘ ਹੋਰਾਂ ਦੀ ਗੱਲ ਕਰੀਏ, ਉਸ ਵੇਲੇ ਕਿਉਂਕਿ ਉਹਨਾਂ ਨੇ ਵੀ ਤਾਂ ਬਾਕੀ ਭਾਈ ਸਾਹਿਬ ਪਰਿਵਾਰ ਸੀਗੇ ਜਿਹੜੇ ਹੁਣ ਮੌਜੂਦਾ ਨੇ, ਉਹਨਾਂ ਨੂੰ ਦੇਖਿਆ ਹੋਏਗਾ, ਉਹਨਾਂ ਦੇ ਬਚਪਨ ਨੂੰ ਦੇਖਿਆ ਹੋਏਗਾ, ਉਸ ਵੇਲੇ ਕੀ ਕੁਝ ਹੋਇਆ? ਦੇਖੋ ਜੋ ਮੈਂ ਉਹਨਾਂ ਤੋਂ ਸਿੱਖਿਆ ਜੀ, ਜੋ ਇਤਿਹਾਸ ਬਾਰੇ ਜੋ ਮੈਂ ਅੱਜ ਤੁਹਾਨੂੰ ਦੱਸ ਰਿਹਾ, ਮੈਂ ਸਾਰਾ ਉਹਨਾਂ ਤੋਂ ਸਿੱਖਿਆ। ਅੱਛਾ, ਉਹਨਾਂ ਦਾ ਹਾਂਜੀ, ਉਹਨਾਂ ਦਾ ਬਰਥ 1926 ਦੇ ਵਿੱਚ ਹੋਇਆ ਸੀ, ਜਨਵਰੀ ਦੇ ਵਿੱਚ ਜੀ। ਤੇ ਉਹਨਾਂ ਨੇ ਉਹ ਅੰਗਰੇਜ਼ੀ ਦੌਰ ਵੀ ਦੇਖਿਆ ਕਿਉਂਕਿ ਉਹ ਬਾਹਰ ਪੜ੍ਹੇ, ਪਹਿਲਾਂ ਦਿੱਲੀ ਪੜ੍ਹੇ, ਫਿਰ ਲਕਸਰ ਪੜ੍ਹੇ, ਉਸ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਵੀ ਪੜ੍ਹੇ। ਤਾਂ ਉਹ ਇਸ ਚੀਜ਼ ਨਾਲ ਜਾਣੂ ਸੀ, ਸਿੱਖ ਇਤਿਹਾਸ ਨਾਲ, ਅੰਗਰੇਜ਼ੀ ਹਕੂਮਤ ਨਾਲ ਵੀ ਜੀ। ਤੇ ਉਸ ਦੌਰਾਨ ਬਹੁਤ ਕੁਝ ਬਦਲਿਆ ਹੈ ਨਾ ਜੀ। ਜੇ ਤੁਸੀਂ ਕਹਿ ਲਓ ਅੱਜ ਦੀ ਜੋ ਜਨਰੇਸ਼ਨ ਹੈ ਉਹ ਕੁਝ ਹੋਰ ਤਰ੍ਹਾਂ ਸੋਚਦੀ ਹੈ, ਪੁਰਾਣੀ ਜਨਰੇਸ਼ਨ ਕੁਝ ਹੋਰ ਤਰ੍ਹਾਂ ਸੋਚਦੀ ਹੈ। ਆਪਾਂ ਗੱਲ ਕਰੀਏ ਬਾਗੜੀਆਂ ਖਾਨਦਾਨ ਦਾ ਇੰਨਾ ਵੱਡਾ ਇਤਿਹਾਸ ਹੈ, ਸਮੇਂ-ਸਮੇਂ ਤੇ ਇਤਿਹਾਸਕਾਰਾਂ ਨੇ ਇਸ ਬਾਰੇ ਲਿਖਿਆ ਹੋਏਗਾ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਲਿਖਿਆ ਗਿਆ। ਤੇ ਆਪਾਂ ਗੱਲ ਕਰੀਏ ਤੁਹਾਡੇ ਦਾਦਾ ਜੀ ਦੇ ਵੇਲੇ ਵਿੱਚ ਕੀ ਕੁਝ ਲਿਖਿਆ ਗਿਆ ਜਾਂ ਉਸ ਸਮੇਂ ਤੱਕ ਕਿਹੜੀ-ਕਿਹੜੀ ਲਿਖਤਾਂ ਮੌਜੂਦ ਸਨ? ਦੇਖੋ ਇਹ ਕਹਿ ਲਓ ਕਿ ਮੈਂ ਅੱਜ ਜੋ ਤੁਹਾਨੂੰ ਦੱਸ ਰਿਹਾ ਜੀ, ਮੈਂ ਆਪਣੇ ਦਾਦਾ ਜੀ ਤੋਂ ਸਿੱਖਿਆ ਜੀ। ਉਹਨਾਂ ਨੇ ਉਹ ਅੰਗਰੇਜ਼ੀ ਦੌਰ ਵੀ ਦੇਖਿਆ। ਉਹਨਾਂ ਦਾ ਬਰਥ 15 ਜਨਵਰੀ 1926 ਨੂੰ ਹੋਇਆ ਸੀ। ਤਾਂ ਉਹਨਾਂ ਨੇ ਉਸ ਚੀਜ਼ ਨੂੰ ਬਖੂਬੀ ਦੇਖਿਆ, ਹੰਡਾਇਆ ਵੀ ਹੈ ਅੰਗਰੇਜ਼ੀ ਦੌਰ। ਔਰ ਉਸ ਦੌਰਾਨ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਇਤਿਹਾਸ ਨੂੰ ਲਿਖਿਆ ਔਰ ਮੈਂ ਇਹ ਮੰਨਦਾ ਕਿ ਉਹ ਇਤਿਹਾਸ ਸੱਚਾ ਹੈ। ਔਰ ਉਸ ਵੇਲੇ ਉਹਨਾਂ ਨੇ ਤਾਂ ਮੇਰੇ ਖਿਆਲ ਭਾਈ ਅਰਜਨ ਸਿੰਘ ਜੀ ਨੂੰ ਵੀ ਦੇਖਿਆ, ਆਪਣੇ ਬਜ਼ੁਰਗਾਂ ਨੂੰ ਵੀ ਦੇਖਿਆ, ਭਾਈ ਮੂਲਾ ਸਿੰਘ ਜੀ ਨੂੰ ਵੀ ਦੇਖਿਆ ਜੋ ਭਾਈ ਬਹਾਦਰ ਸਿੰਘ ਜੀ ਦੇ ਬੇਟੇ ਸੀ, ਠੀਕ ਹੈ। ਉਸ ਤੋਂ ਇਲਾਵਾ ਭਾਈ ਹਰਦਮਨ ਸਿੰਘ ਜੀ ਨੂੰ ਵੀ ਦੇਖਿਆ, ਕਿਉਂਕਿ ਜੋ ਇਹ ਸਾਰੇ ਇਨਸਾਨ ਨੇ, ਸਾਰੇ ਇਹ ਕਹਿ ਲਓ ਕਿ ਗੁਰਮਤਿ ਵਿਦਿਆ ਦੇ ਵਿੱਚ, ਸਿੱਖੀ ਸੇਵਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੀ। ਤੇ ਇਹਨਾਂ ਨੇ ਸਿੱਖੀਜ਼ਮ ਨੂੰ ਬਹੁਤ ਪ੍ਰਫੁੱਲਿਤ ਵੀ ਕੀਤਾ। ਔਰ ਮੈਂ ਵੀ ਕਹੂੰਗਾ ਕਿ ਉਹਨਾਂ ਦੀ ਖੁਸ਼ਕਿਸਮਤੀ ਸੀ ਕਿ ਉਹਨਾਂ ਨੇ ਇਹਨਾਂ ਬਜ਼ੁਰਗਾਂ ਦੇ ਨਾਲ ਸਮਾਂ ਬਤੀਤ ਕੀਤਾ। ਤੇ ਉਸ ਦੌਰਾਨ ਉਹਨਾਂ ਦੇ ਸਮੇਂ ਦੇ ਵਿੱਚ ਜੋ ਇਤਿਹਾਸ ਲਿਖਿਆ ਗਿਆ, ਜਿਵੇਂ ਰਿਆਸਤ ਬਾਗੜੀਆਂ, ਇਸ ਤੋਂ ਇਲਾਵਾ ਜਿਵੇਂ ਇਹ ਜਿਹੜਾ ਰਿਆਸਤ ਬਾਗੜੀਆਂ ਸੀ, ਇਹ ਮਹਾਰਾਜਾ ਭੁਪਿੰਦਰ ਸਿੰਘ ਨੇ ਛਪਵਾਇਆ ਸੀ ਗਿਆਨੀ ਗਿਆਨ ਸਿੰਘ ਜੀ ਤੋਂ। ਔਰ ਉਹਨਾਂ ਨੇ ਹੋਰ ਵੀ ਕਿਤਾਬਾਂ ਲਿਖੀਆਂ ਸੀ, ਭੁਪਿੰਦਰ ਨਾਥ ਗ੍ਰੰਥ ਵਗੈਰਾ। ਇਸ ਤੋਂ ਇਲਾਵਾ ਸਰਦੂਲ ਸਿੰਘ ਕਵੀਸ਼ਰ ਜੀ ਨੇ ਲਿਖਿਆ ਸੀ ਦਾ ਹਾਊਸ ਆਫ ਬਾਗੜੀਆਂ, ਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ ਇਤਿਹਾਸ ਰਿਆਸਤ ਬਾਗੜੀਆਂ। ਔਰ ਗਿਆਨੀ ਗੁਰਦਿੱਤ ਸਿੰਘ ਜੀ ਨੇ ਲਿਖਿਆ ਭਾਈ ਰੂਪ ਚੰਦ ਜੀ ਤੇ ਉਹਨਾਂ ਦੇ ਵੰਸ਼ ਪਰੰਪਰਾ। ਅੱਜ ਕੱਲ ਜਿਹੜਾ ਰਾਈਟਰਸ ਨੇ ਲਾਈਕ ਜਿਵੇਂ ਤੁਸੀਂ ਕਹਿ ਲਓ ਡਾਕਟਰ ਪਰਮਵੀਰ ਸਿੰਘ ਨੇ, ਡਾਕਟਰ ਹਰਪਾਲ ਸਿੰਘ ਪੰਨੂ, ਉਹਨਾਂ ਨੇ ਵੀ ਭਾਈ ਰੂਪ ਚੰਦ ਜੀ ਦਾ ਇਤਿਹਾਸ ਲਿਖਿਆ, ਗਿਆਨੀ ਗੁਰਦਿੱਤ ਸਿੰਘ ਜੀ ਨੇ ਵੀ ਲਿਖਿਆ। ਔਰ ਇੱਕ ਹੋਰ ਚੀਜ਼ ਜੋ ਉਸ ਵਕਤ ਭਾਈ ਕਾਨ ਸਿੰਘ ਨਾਭਾ ਜੋ ਸੀਗੇ, ਉਹਨਾਂ ਨੇ ਵੀ ਇਤਿਹਾਸ ਬਾਗੜੀਆਂ ਲਿਖਿਆ ਸੀ, ਪਰ ਉਹ ਕੁਝ ਕਾਰਨਾਂ ਕਰਕੇ ਉਹ ਪਬਲਿਸ਼ ਨਹੀਂ ਸੀ ਹੋਇਆ। 2014-15 ਦੇ ਕਰੀਬ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਨੇ, ਡਾਕਟਰ ਰਵਿੰਦਰ ਕੌਰ ਰਵੀ ਮਿਊਜ਼ਿਕ ਡਿਪਾਰਟਮੈਂਟ ਦੇ, ਉਹਨਾਂ ਨੇ ਉਹ ਲੁਕੇ ਹੋਏ ਇਤਿਹਾਸ ਨੂੰ ਵੀ ਛਾਪਿਆ। ਹਾਂਜੀ,
ਤੇ ਉਹ ਭਾਈ ਕਾਨ ਸਿੰਘ ਨਾਭਾ ਦੇ ਜਿਹਦਾ ਲਿਖਿਆ ਹੋਇਆ ਇਤਿਹਾਸ ਸੀਗਾ, ਉਹ ਹੁਣ ਪਿੱਛੇ ਪਬਲਿਸ਼ ਹੋਈਆਂ ਕਿਤਾਬਾਂ ਡਾਕਟਰ ਰਵਿੰਦਰ ਕੌਰ ਰਵੀ ਜੀ ਦੀਆਂ। ਅੱਛਾ तो ये उन्होंने दौरान ये इतिहास लिखे गए, पर ये कह लो कि भी जो पुराना इतिहास है वो कुछ हद तक सही है, क्योंकि आजकल के ਜਿਹੜੇ ਹਿਸਟੋਰੀਅਨਸ ਨੇ ਉਹ ਆਪਣੀ कह लो कि भी समय ਦੇ ਹਿਸਾਬ ਨਾਲ ਇਤਿਹਾਸ ਦੇ ਵਿੱਚ ਥੋੜਾ ਬਹੁਤ ਚੇਂजेस ਕਰ ਦਿੰਦੇ ਆ, ਕਿਤੇ ਕਿਤੇ ਕੁਛ ਨਾ ਕੁਛ ਥੋੜਾ ਜਿਹਾ ਬਦਲਾਅ ਆ ਜਾਂਦਾ ਕਿ ਮੇਰੇ ਤੁਹਾਡੇ ਦਾਦਾ ਜੀ ਭਾਈ ਹਰਦਿਆਲ ਸਿੰਘ ਜੀ ਦੇ ਆਪਾਂ ਕੈਰੀਅਰ ਦੀ ਗੱਲ ਕਰੀਏ, ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਜਾਂ ਫਿਰ ਪੁਸਤਕਾਂ ਛਪਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਸੀਗਾ, ਉਹਨਾਂ ਦੇ ਕੈਰੀਅਰ ਦੀ ਗੱਲ ਕਰੀਏ, ਕੀ ਉਹ ਕੰਮ ਕਾਰੋਬਾਰ ਉਹਨਾਂ ਨੇ ਕੀਤੇ ਜਾਂ ਕਿਹੜੇ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਰਹੇ? ਦੇਖੋ ਇੱਕ ਚੀਜ਼ ਹੋਰ, ਪੁਸਤਕਾਂ ਛਪਾਉਣ ਦੇ ਵਿੱਚ ਉਹ ਇਕੱਲਿਆਂ ਦਾ ਯੋਗਦਾਨ ਨਹੀਂ ਸੀ ਜੀ ਜੀ ਉਹ ਆਪਣੇ ਜਿਹੜੇ ਮੌਜੂਦਾ ਭਾਈ ਸਾਹਿਬ ਨੇ ਉਹਨਾਂ ਦੇ ਫਾਦਰ ਜੀ ਬਾਬਾ ਜੀ ਵੱਡੇ ਭਾਈ ਹਰੀਤਨ ਸਿੰਘ ਜੀ ਜੀ और मेरे छोटे बुजुर्ग भाई अशोक सिंह जी जिन्होंने मेरे दादा जी लगते हैं, जी और भाई सिकंदर सिंह जी, इन्होंने सारिਆਂ ਨੇ ਉਹ ਇਤਿਹਾਸ ਨੂੰ ਇਕੱਠਾ ਕੀਤਾ ਤੇ ਕਿਤੇ ਨਾ ਕਿਤੇ ਹੈਲਪ ਕਰਕੇ ਉਹਨੂੰ ਲੋਕਾਂ ਤੱਕ ਪਹੁੰਚਾਇਆ ਹੈ ਨਾ। ਅੱਛਾ, ਇਸ ਤੋਂ ਇਲਾਵਾ ਅਗਰ ਮੈਂ ਉਹਨਾਂ ਦੇ ਕੈਰੀਅਰ ਦੀ ਗੱਲ ਕਰਾਂ, ਉਹਨਾਂ ਨੇ ਜ਼ਿਆਦਾਤਰ ਸਮਾਂ ਲਕਸਰ ਦੇ ਵਿੱਚ ਉੱਤਰਾਖੰਡ 'ਚ ਬਿਤਾਇਆ। ਅੱਛਾ ਹਾਂਜੀ, ਤੇ ਉੱਥੇ ਉਹ ਬੋਰਡ ਆਫ ਡਾਇਰੈਕਟਰ ਵੀ ਰਹੇ ਆ ਸ਼ੂਗਰ ਮਿਲ ਦੇ। ਜੀ ਬਟ ਪਰਿਵਾਰ ਦੇ ਕੁਝ ਜਿਵੇਂ ਕਹਿ ਲਓ ਕਿ ਮੇਰੇ ਜਿਹੜੇ ਪੜਦਾਦਾ ਜੀ ਸੀ ਉਹਨਾਂ ਦੀ ਤਬੀਅਤ ਨਹੀਂ ਸੀ ਠੀਕ ਰਹਿੰਦੀ, ਏਜਡ ਹੋ ਗਏ ਸੀ, ਫਿਰ ਉਹਨਾਂ ਨੂੰ ਵਾਪਸ ਆਣਾ ਪਿਆ ਬਾਕੀ। ਅੱਛਾ ਅੱਛਾ तो फिर ਇੱਥੇ ਜ਼ਮੀਨ ਜਾਇਦਾਦ ਸਾਰਾ ਉਹ ਦੇਖਦੇ ਸੀ, ਖੇਤੀਬਾੜੀ ਦਾ, ਤੇ ਉਹ ਸਾਰਾ ਕੁਝ ਇੱਥੇ ਕਰਦੇ ਸੀ। ਅੱਛਾ ਪਰ ਕੁਝ ਸਮਾਂ ਫਿਰ ਉਹ ਜਿਵੇਂ ਕਹਿ ਲਓ ਵੀ 6 ਮਹੀਨੇ ਬਾਅਦ ਉਹ ਲਕਸਰ ਵੀ ਜਾਂਦੇ ਸੀ, ਜਾਂ ਬਹੁਤ ਸਾਰਾ ਸਮਾਂ ਉਹ ਯਮੁਨਾ ਨਗਰ ਵੀ ਬਿਤਾਉਂਦੇ ਸੀ ਇੰਡਸਟਰੀ ਲਾਈਨ ਦੇ ਵਿੱਚ ਹੋਣ ਕਰਕੇ, ਤਾਂ ਉਹ ਉੱਥੇ ਰਹੇ। तो दोस्तों ਇਹ ਸੀ ਬਾਗੜੀਆਂ ਦਾ ਸ਼ਾਨਦਾਰ ਇਤਿਹਾਸ, ਇੱਕ ਇੱਕ ਪੰਨਾ ਫਰੋਲਣ ਦੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਆਪਾਂ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਬੜੇ ਧਿਆਨ ਨਾਲ ਇਸ ਇਤਿਹਾਸ ਨੂੰ ਸੁਣਿਆ ਹੋਵੇਗਾ ਤੇ ਬਹੁਤ ਕੁਝ ਤੁਸੀਂ ਵੀ ਇਸ ਪਰਿਵਾਰ ਦੇ ਬਾਰੇ ਗੱਲਾਂ ਸੁਣੀਆਂ ਹੋਣਗੀਆਂ ਤੇ ਸੇਵਾ ਵਿੱਚ ਤੁਸੀਂ ਵੀ ਆਏ ਹੋਵੋਗੇ। ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਜਲਦੀ ਰੂਬਰੂ ਹੋਵਾਂਗੇ। ਅੱਜ ਸਾਡੇ ਨਾਲ ਸਨ ਬਾਗੜੀਆਂ ਘਰਾਣੇ ਤੋਂ ਕਰਨਵੀਰ ਸਿੰਘ ਬਾਗੜੀਆਂ। ਬਹੁਤ ਬਹੁਤ ਧੰਨਵਾਦ। ਬਾਗੜੀਆਂ ਪਰਿਵਾਰ ਦੇ ਨਾਲ ਵਾਰਤਾਲਾਪ ਦੀ ਸਾਂਝ ਇਸੇ ਤਰ੍ਹਾਂ ਲਗਾਤਾਰ ਚੱਲਦੀ ਰਹੇਗੀ ਤੇ ਇਤਿਹਾਸ ਦੇ ਝਰੋਖਿਆਂ ਵਿੱਚੋਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਤੇ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਇਸੇ ਤਰ੍ਹਾਂ ਅੱਗੋਂ ਵੀ ਫਰੋਲਦੇ ਰਹਾਂਗੇ ਤੇ ਉਹਨਾਂ ਤੋਂ ਸਿੱਖਦੇ ਵੀ ਰਹਾਂਗੇ।